ਸਾਡੇ खेत बने, साडे मूँह 'ਚ रोटी, साडा रोजगार खो रहा, साडी पढ़ाई खो रहा, तो इनू भी असीं टिकन नहीं देवांगे। ਅੱਜ ਸਿੱਖ ਮੁਸਲਿਮ ਈਸਾਈ ਕਿਸਾਨੀ ਦੇ ਨਾਲ ਜਿਹੜੀ ਹਿੰਦੂ ਕਿਸਾਨੀ ਆ ਉਹ ਵੀ ਮਾਰੀ ਜਾਣੀ ਆ ਖੇਤੀ ਕਾਨੂੰਨਾਂ ਨਾਲ। ਕੱਲ ਜਥੇਬੰਦੀਆਂ ਨੂੰ ਤਾਂ ਬੁਲਾ ਲਿਆ ਦਿੱਲੀ ਤੇ 8 ਮੰਤਰੀ ਇਹਨਾਂ ਨੇ ਪੰਜਾਬ ਵੱਲੀ ਭੇਜਤੇ। ਆਰਐਸਐਸ ਇੱਕ ਫਿਰਕੂ ਜਥੇਬੰਦੀ ਆ ਜਿਹੜੀ ਸਾਡੇ ਤਿਰੰਗੇ ਨੂੰ ਨਹੀਂ ਮੰਨਦੀ, ਭਗਵਾਂ ਝੰਡਾ ਲਹਿਰਾਉਣ ਦੀ ਗੱਲ ਕਰਦੀ ਆ, ਸੰਵਿਧਾਨ ਦੀ ਥਾਂ ਤੇ ਮਨੂ ਸਮ੍ਰਿਤੀ ਲਿਆਉਣਾ ਚਾਹੁੰਦੀ ਆ। जो देश ਨੂੰ ਫਿਰਕੂ ਰੰਗਤ ਦੇਊਗਾ ਉਹ ਚਾਹੇ ਮੋਦੀ ਹੋਵੇ, ਚਾਹੇ ਮੋਦੀ ਦਾ ਪਿਓ ਹੋਵੇ, ਚਾਹੇ ਦਾਦਾ ਹੋਵੇ। ਜਿਹੜੀ ਹਿਟਲਰ ਨਾਲ ਹੋਈ ਆ ਜਰਮਨ ਦੇ ਵਿੱਚ, ਉਦਾਂ ਹੀ ਹਿਟਲਰ ਦੀ ਜਿਹੜੀ ਔਲਾਦ ਆ, ਗੰਦੀ ਔਲਾਦ, ਜਿਹੜੀ ਇੱਕ ਸਮੇਂ ਔਰੰਗਜ਼ੇਬ ਨੇ ਕੀਤਾ ਤੇ ਗੁਰੂ ਸਾਹਿਬ ਨਾਲ ਪੰਗਾ ਲਿਆ, ਗੁਰੂ ਸਾਹਿਬ ਦੇ ਬੱਚੇ ਤੱਕ ਸ਼ਹੀਦ ਕੀਤੇ, ਪੰਜਾਬੀਆਂ ਨਾਲ ਪੰਗਾ ਲਿਆ। ਅੱਜ ਉਹੀ ਔਰੰਗਜ਼ੇਬ ਦੀ ਔਲਾਦ ਮੋਦੀ, ਹਿਟਲਰ ਦੀ ਔਲਾਦ ਮੋਦੀ, ਜੇ ਉਹ ਦੇਸ਼ ਨੂੰ ਹੁਣ ਫਿਰਕੂ ਰੰਗਤ ਦੇ ਰਿਹਾ, ਸਾਡੇ ਖੇਤ ਬੰਨੇ, ਸਾਡੇ ਮੂੰਹਾਂ 'ਚ ਰੋਟੀ, ਸਾਡਾ ਰੁਜ਼ਗਾਰ ਖੋ ਰਿਹਾ, ਸਾਡੀ ਪੜ੍ਹਾਈ ਖੋ ਰਿਹਾ, ਤੇ ਇਹਨੂੰ ਵੀ ਅਸੀਂ ਟਿਕਣ ਨਹੀਂ ਦੇਵਾਂਗੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸ ਦੇ ਖਿਲਾਫ ਅੱਜ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਉਸ ਤੋਂ ਬਾਅਦ ਆਰਐਸਐਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪਰ ਆਰਐਸਐਸ ਦੇ ਦਫ਼ਤਰ ਤੋਂ ਪਹਿਲਾਂ ਹੀ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡਿੰਗ ਲਗਾ ਕੇ ਪਹਿਲਾਂ ਹੀ ਰੋਕ ਦਿੱਤਾ। ਸਟੂਡੈਂਟ ਯੂਨੀਅਨ ਦੇ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਨੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੀ ਰੋਜ਼ੀ ਰੋਟੀ ਖੋਹ ਲਈ ਹੈ, ਉਸ ਤਰ੍ਹਾਂ ਹੀ ਆਰਐਸਐਸ ਇਹ ਕੰਮ ਕਰ ਰਹੀ ਹੈ। ਅੱਜ ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਜੇਕਰ ਇਹਨਾਂ ਨੇ ਇਹ ਕਾਨੂੰਨ ਰੱਦ ਨਹੀਂ ਕੀਤੇ ਤਾਂ ਸਾਡਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਚਾਹੇ ਸਾਡੀ ਗਿਣਤੀ ਘੱਟ ਹੈ, ਪਰ ਫਿਰ ਵੀ ਅਸੀਂ ਇਹਨਾਂ ਨੂੰ ਸਬਕ ਸਿਖਾ ਕੇ ਰਵਾਂਗੇ। ਮਸਲਾ ਇਹ ਹੈ ਕਿ ਜਿਹੜੇ ਖੇਤੀ ਕਾਨੂੰਨ ਮੋਦੀ ਸਰਕਾਰ ਲਿਆਈ ਆ ਉਹਨਾਂ ਦੇ ਖਿਲਾਫ ਸਾਰੇ ਦੇਸ਼ 'ਚ ਰੌਲਾ ਪਿਆ ਹੋਇਆ ਤੇ ਆਰਐਸਐਸ ਆਪਦੇ ਆਪ ਨੂੰ ਰਾਸ਼ਟਰ ਦੀ ਨਿਰਮਾਤਾ ਸੰਸਥਾ ਕਹਿੰਦੀ ਆ ਤੇ ਅੱਜ ਜਦੋਂ ਰਾਸ਼ਟਰ ਦੇ ਹਿੱਤ ਮੋਦੀ ਕਾਰਪੋਰੇਟ ਨੂੰ ਵੇਚ ਰਿਹਾ ਤਾਂ ਆਰਐਸਐਸ ਰਾਸ਼ਟਰ ਦੇ ਹਿੱਤ 'ਚ ਖੜਨ ਦੀ ਬਜਾਏ ਕਾਰਪੋਰੇਟ ਦੇ ਹਿੱਤ ਦੇ ਵਿੱਚ ਖੜ ਰਹੀ ਆ। ਦੂਸਰਾ, ਇਹ ਹਿੰਦੂ ਰਾਸ਼ਟਰ ਦੇ ਨਾਮ ਤੇ ਸਿਆਸਤ ਕਰਦੇ ਆ। ਅੱਜ ਸਿੱਖ ਮੁਸਲਿਮ ਈਸਾਈ ਕਿਸਾਨੀ ਦੇ ਨਾਲ ਜਿਹੜੀ ਹਿੰਦੂ ਕਿਸਾਨੀ ਆ ਉਹ ਵੀ ਮਾਰੀ ਜਾਣੀ ਆ ਖੇਤੀ ਕਾਨੂੰਨਾਂ ਨਾਲ ਤੇ ਆਰਐਸਐਸ ਹਿੰਦੂ ਕਿਸਾਨੀ ਨਾਲ ਘੱਟੋ ਘੱਟ ਖੜਨ ਦੀ ਬਜਾਏ ਅਬਾਨੀਆਂ ਅਡਾਨੀਆਂ ਦੇ ਨਾਲ ਖੜ ਰਹੀ ਆ। ਅੱਜ ਤੇ ਅਸੀਂ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਆਰਐਸਐਸ ਜਿਹੜੀ ਬੀਜੇਪੀ ਦੀ ਮਾਂ ਸੰਸਥਾ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਆ। ਅੱਜ ਦੀ ਸਾਡੀ ਇਹ ਮੰਗ ਆ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਦੂਸਰਾ, ਭਾਜਪਾ ਦੇ ਜਿਹੜੇ ਆਗੂ ਆ ਪੰਜਾਬ ਦੇ ਉਹ ਇਹ ਬਿਆਨ ਦੇ ਰਿਹਾ ਕਿ ਜਿਹੜਾ ਸਾਡੇ ਦਫ਼ਤਰਾਂ ਵੱਲ ਆਊਗਾ ਉਹ ਵਾਪਸ ਸਟ੍ਰੈਚਰਾਂ ਤੇ ਜਾਊਗਾ। ਅੱਜ ਅਸੀਂ ਆਪ ਬੈਠੇ ਹਾਂ, ਜੇ ਹਿੰਮਤ ਦਾ ਜ਼ੁਰਤ ਆ ਤਾਂ ਕੁਛ ਕਰਕੇ ਦਿਖਾਉਣ। ਇਹਨਾਂ ਦੇ ਖਿਲਾਫ ਭੜਕਾਊ ਬਿਆਨ ਦੇਣ ਦੇ ਜੁਰਮ ਦੇ ਵਿੱਚ ਪਰਚੇ ਦਰਜ ਹੋਣੇ ਚਾਹੀਦੇ ਆ। ਸੰਗਰੂਰ ਸਾਦੇ ਸਾਥੀ ਜਿਹੜੇ ਜੇਲ੍ਹੀ ਡੱਕੇ ਹੋਏ ਆ ਪੁਲਿਸ ਨੇ ਉਹ ਰਿਹਾ ਕੀਤੇ ਜਾਣੇ ਚਾਹੀਦੇ ਆ। ਤੇ ਦੂਸਰਾ, ਮੋਦੀ ਸਰਕਾਰ ਪੰਜਾਬ ਦੇ ਵਿੱਚੋਂ ਜਥੇਬੰਦੀਆਂ ਨੂੰ ਦਿੱਲੀ ਬੁਲਾ ਕੇ ਬੇਵਕੂਫ ਬਣਾ ਰਹੀ ਆ। ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਪੰਜਾਬ 'ਚ ਬਹੁਤ ਮਾੜੇ ਨਤੀਜੇ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਨੂੰ ਭੁਗਤਣੇ ਪੈ ਸਕਦੇ ਆ ਜੇ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਉਣਗੇ। ਅਸੀਂ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਜਥੇਬੰਦੀਆਂ ਨਾਲ ਮੋਢਾ ਲਾ ਕੇ ਚੱਲਾਂਗੇ। ਇਹ ਬੇਵਕੂਫ ਬਣਾ ਰਹੇ ਆ ਪੰਜਾਬ ਦੇ ਲੋਕਾਂ ਨੂੰ। ਕੱਲ ਜਥੇਬੰਦੀਆਂ ਨੂੰ ਤਾਂ ਬੁਲਾ ਲਿਆ ਦਿੱਲੀ ਤੇ 8 ਮੰਤਰੀ ਇਹਨਾਂ ਨੇ ਪੰਜਾਬ ਵੱਲੀ ਭੇਜਤੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਵਾਸਤੇ। ਇਹ ਆਪਦੀ ਜਿਹੜੀ ਸਟੰਟਬਾਜ਼ੀ ਕਰ ਰਹੇ ਆ, ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਜਿੱਥੇ ਵੀ ਇਹ ਵਰਚੁਅਲ ਮੀਟਿੰਗਾਂ ਹੋਣਗੀਆਂ ਉਹਨਾਂ ਦਾ ਘਿਰਾਓ ਕੀਤਾ ਜਾਊਗਾ, ਉਹਨਾਂ ਨੂੰ ਪੰਜਾਬ ਦੇ ਵਿੱਚੋਂ ਦਬੱਲਿਆ ਜਾਊਗਾ, ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਮੂੰਹ ਅਸੀਂ ਨਹੀਂ ਲੱਗਣ ਦੇਵਾਂਗੇ। ਇਹ ਬੇਵਕੂਫ ਬਣਾ ਰਹੇ ਆ ਲੋਕਾਂ ਨੂੰ। ਵਰਚੁਅਲ ਮੀਟਿੰਗਾਂ ਦੇ ਵਿੱਚ ਇੱਕ ਪਾਸੇ ਮੋਦੀ ਕਹਿੰਦਾ ਮੀਟਿੰਗ ਕਰੋ ਤੇ ਦੂਜੇ ਪਾਸੇ ਵਰਚੁਅਲ ਮੀਟਿੰਗਾਂ ਕਰਕੇ ਉਹ ਕਹਿ ਰਿਹਾ ਕਿ ਕਾਨੂੰਨ ਬਹੁਤ ਚੰਗੇ ਆ। ਇਹ ਦੋਗਲਾਪਣਾ ਕੇਂਦਰ ਸਰਕਾਰ ਦਾ। ਇਹਦੇ ਖਿਲਾਫ ਪੰਜਾਬੀ ਜਿਹੜੇ ਡਟ ਗਏ ਆ। ਨਾ ਇਹਨਾਂ ਨੂੰ ਮੀਟਿੰਗਾਂ ਕਰਨ ਦੇਣਗੇ ਔਰ ਨਾ ਹੀ ਇਹਨਾਂ ਦੀਆਂ ਕੋਝੀਆਂ ਚਾਲਾਂ ਜਿਹੜੀਆਂ ਉਹ ਕਾਮਯਾਬ ਹੋਣ ਦੇਣਗੇ। ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਜਿਹੜੀ ਲੜਾਈ ਆ ਉਹ ਜਾਰੀ ਰਹੂਗੀ। ਅੱਜ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋ ਰਹੀ ਆ। ਅਗਲੇ ਸੰਘਰਸ਼ ਦੀ ਰੂਪਰੇਖਾ ਦਾ ਉਹਦੇ ਵਿੱਚ ਐਲਾਨ ਹੋਣਾ ਤੇ ਵੀ ਆਰਐਸਐਸ ਇੱਕ ਉਹ ਸੰਸਥਾ ਜੀ ਤੇ ਬੈਨ ਲੱਗ ਚੁੱਕਾ। ਨਹਿਰੂ ਸਰਕਾਰ ਦੇ ਟਾਈਮ ਤੇ ਬੈਨ ਰਿਹਾ। ਆਰਐਸਐਸ ਇੱਕ ਫਿਰਕੂ ਜਥੇਬੰਦੀ ਆ ਜਿਹੜੀ ਸਾਡੇ ਤਿਰੰਗੇ ਨੂੰ ਨਹੀਂ ਮੰਨਦੀ, ਭਗਵਾਂ ਝੰਡਾ ਲਹਿਰਾਉਣ ਦੀ ਗੱਲ ਕਰਦੀ ਆ, ਸੰਵਿਧਾਨ ਦੀ ਥਾਂ ਤੇ ਮਨੂ ਸਮ੍ਰਿਤੀ ਲਿਆਉਣਾ ਚਾਹੁੰਦੀ ਆ, ਬ੍ਰਾਹਮਣਵਾਦੀ ਵਿਵਸਥਾ ਨੂੰ ਵਾਪਸ ਲਿਆਉਣਾ ਚਾਹੁੰਦੀ ਆ। ਅਸੀਂ ਕਹਿੰਦੇ ਕਿ ਸਾਡੇ ਜਿੰਦੇ ਲਾਉਣ ਤੋਂ ਪਹਿਲਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਹਨਾਂ ਸੰਸਥਾਵਾਂ ਨੂੰ ਰੱਦ ਕਰਾਉਣ, ਇਹਨਾਂ ਨੂੰ ਬੰਦ ਕਰਾਉਣ। ਇਹ ਜ਼ਹਿਰੀਲੇ ਨਾਗ ਜਿਹੜੇ ਪੰਜਾਬ ਦੀ ਧਰਤੀ 'ਤੇ ਮਿਲ ਰਹੇ ਆ ਇਹਨਾਂ ਨੂੰ ਰੋਕਿਆ ਜਾਵੇ। ਜੇ ਪ੍ਰਸ਼ਾਸਨ ਸਰਕਾਰ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਦੇ ਲਾਉਣ ਵਾਲਾ ਕੰਮ ਵੀ ਹੋਊ। ਮੋਦੀ ਸਰਕਾਰ ਨੇ ਆਰਐਸਐਸ ਦੇ ਇਸ਼ਾਰੇ ਤੇ ਹੀ ਹੁਣ ਤੱਕ ਕੰਮ ਕੀਤਾ ਹੈਗਾ। ਦੋ ਤਰੀਕੇ ਨਾਲ ਕੰਮ ਕਰਦੀ ਹੈ, ਇੱਕ ਤਾਂ ਅੰਬਾਨੀ ਅਡਾਨੀ ਦੇ ਦਲਾਲ ਬਣ ਕੇ, ਦੂਜਾ ਆਰਐਸਐਸ ਦੇ ਇਸ਼ਾਰੇ ਤੇ ਜਿਹੜਾ ਪੂਰੇ ਦੇਸ਼ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਆ। ਅਸੀਂ ਉਹਦੀ ਪੂਰੀ ਖਿਲਾਫਤ ਕਰਦੇ ਹਾਂ। ਹੁਣ ਵੀ ਸ਼ਰੇਆਮ ਕਾਰਪੋਰੇਟਾਂ ਦੇ ਪੱਖ 'ਚ ਭੁਗਤਦੇ ਜਿਹੜੇ ਕੰਮ ਕੀਤਾ ਹੈਗਾ। ਸਾਡੇ ਖੇਤ ਸਾਥੋਂ ਖੋਏ ਜਾ ਰਹੇ ਆ, ਉਹਨਾਂ ਦੇ ਖਿਲਾਫ ਅਸੀਂ ਜਦੋਂ ਸਾਡੇ ਬਾਪੂ, ਸਾਡੇ ਚਾਚੇ ਤਾਏ ਉਹ ਧਰਨਿਆਂ ਤੇ ਬੈਠੇ ਆ। ਸਾਡਾ ਕੋਈ ਗਰੀਬ ਹਿੰਦੂ ਪਰਿਵਾਰ, ਕੋਈ ਜਿਹੜਾ ਸਾਡਾ ਸਿੱਖ ਗਰੀਬ ਪਰਿਵਾਰ ਆ, ਚਾਹੇ ਮੁਸਲਮਾਨ ਜਿਹੜਾ ਗਰੀਬ ਪਰਿਵਾਰ ਆ, ਉਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰਨ ਵਾਲੇ ਇਹ ਕਾਨੂੰਨ ਆ। ਉਹ ਚਾਹੇ ਕਿਸਾਨੀ ਨਾਲ ਸੰਬੰਧਿਤ ਹੋਣ, ਚਾਹੇ ਛੋਟਾ ਹਿੰਦੂ ਦੁਕਾਨਦਾਰ ਹੋਵੇ, ਚਾਹੇ ਵਪਾਰੀ ਹੋਵੇ, ਚਾਹੇ ਆੜ੍ਹਤੀਆ ਹੋਵੇ,
ਆਰਐਸਐਸ ਉਹਨਾਂ ਨੂੰ ਧਰਮ ਦਾ ਜਿਹੜਾ ਪਾਠ ਪੜਾਉਂਦਿਆਂ ਉਲਟਾ ਦੇਸ਼ ਨੂੰ ਫਿਰਕੂ ਪਾਸੇ ਧੱਕ ਰਹੀ ਆ। ਇਸ ਕਰਕੇ ਕੱਲੀ ਬੀਜੇਪੀ ਨਹੀਂ, ਆਰਐਸਐਸ ਵੀ ਬਰਾਬਰ ਦੀ ਜ਼ਿੰਮੇਵਾਰ ਆ। ਜਿਵੇਂ ਉਹਨਾਂ ਨੇ ਪਿਛਲੇ ਸਾਲ ਐਨਆਰਸੀ ਵਾਲੇ ਕਾਨੂੰਨ ਲੈ ਕੇ ਆਂਦੇ ਦੇਸ਼ ਨੂੰ ਫਿਰਕੂ ਪਾਠਕ ਪਾਉਣ ਵਾਲੇ, ਔਰ ਦੂਜੇ ਪਾਸੇ ਉਹਨਾਂ ਨੇ ਇਹ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਦੇ ਪੱਖ 'ਚ ਨੇ। ਪਰ ਹੁਣ ਜਿਹੜੇ ਇਹ ਕਾਨੂੰਨ ਵੀ ਉਹਨਾਂ ਨੂੰ ਡਿਫੈਂਡ ਕਰਨ ਵਾਸਤੇ ਆ ਰਹੇ, ਪਰ ਉਹਨਾਂ ਨੂੰ ਪੰਜਾਬ 'ਚੋਂ ਜਥੇਬੰਦੀਆਂ ਖਦੇੜ ਰਹੀਆਂ। ਕੱਲ ਸੰਗਰੂਰ 'ਚ ਖਦੇੜਿਆ, ਜੇ ਮੋਗੇ 'ਚ ਵੀ ਇਹ ਜਥੇਬੰਦੀਆਂ ਦਾ ਐਲਾਨ ਆ ਕਿ ਬੀਜੇਪੀ ਦਾ ਕੋਈ ਕੇਂਦਰੀ ਮੰਤਰੀ ਆਊਗਾ, ਅਸੀਂ ਉਹਨਾਂ ਜਥੇਬੰਦੀਆਂ ਨਾਲ ਖੜ ਕੇ ਇੱਥੋਂ ਉਹਨੂੰ ਮੀਟਿੰਗ ਨਹੀਂ ਕਰਨ ਦੇਵਾਂਗੇ, ਇੱਥੋਂ ਭਜਾਵਾਂਗੇ, ਆਰਐਸਐਸ ਬੀਜੇਪੀ ਦਾ ਮੂੰਹ ਤੋੜ ਜਵਾਬ ਦੇਵਾਂਗੇ। ਪਰ ਸਾਡਾ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੈਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਜਥੇਬੰਦੀ ਸਾਡਾ ਸੰਘਰਸ਼ ਉਲੀਕੂਗੀ, ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਨਹੀਂ ਹਟਦੇ ਪਿੱਛੇ ਤਾਂ ਜਿੰਦੇ ਨਹੀਂ ਅਸੀਂ ਇਹਨਾਂ ਨੂੰ ਭੰਨਾਂਗੇ। ਇਹ ਸਾਡਾ ਐਲਾਨ ਆ। ਜੋ ਦੇਸ਼ ਨੂੰ ਫਿਰਕੂ ਰੰਗਤ ਦੇਊਗਾ, ਉਹ ਚਾਹੇ ਮੋਦੀ ਹੋਵੇ, ਚਾਹੇ ਮੋਦੀ ਦਾ ਪਿਓ ਹੋਵੇ, ਚਾਹੇ ਦਾਦਾ ਹੋਵੇ, ਜਿਹੜੀ ਹਿਟਲਰ ਨਾਲ ਹੋਈ ਆ ਜਰਮਨ ਦੇ ਵਿੱਚ, ਉਦਾਂ ਹੀ ਹਿਟਲਰ ਦੀ ਜਿਹੜੀ ਔਲਾਦ ਆ, ਗੰਦੀ ਔਲਾਦ, ਜਿਹੜੀ ਇੱਕ ਸਮੇਂ ਔਰੰਗਜ਼ੇਬ ਨੇ ਕੀਤਾ ਤੇ ਗੁਰੂ ਸਾਹਿਬ ਨਾਲ ਪੰਗਾ ਲਿਆ, ਗੁਰੂ ਸਾਹਿਬ ਦੇ ਬੱਚੇ ਤੱਕ ਸ਼ਹੀਦ ਕੀਤੇ, ਪੰਜਾਬੀਆਂ ਨਾਲ ਪੰਗਾ ਲਿਆ। ਅੱਜ ਉਹੀ ਔਰੰਗਜ਼ੇਬ ਦੀ ਔਲਾਦ ਮੋਦੀ, ਹਿਟਲਰ ਦੀ ਔਲਾਦ ਮੋਦੀ, ਜੇ ਉਹ ਦੇਸ਼ ਨੂੰ ਹੁਣ ਫਿਰਕੂ ਰੰਗਤ ਦੇ ਰਿਹਾ, ਸਾਡੇ ਖੇਤ ਬੰਨੇ, ਸਾਡੇ ਮੂੰਹਾਂ 'ਚ ਰੋਟੀ, ਸਾਡਾ ਰੁਜ਼ਗਾਰ ਖੋ ਰਿਹਾ, ਸਾਡੀ ਪੜ੍ਹਾਈ ਖੋ ਰਿਹਾ, ਤੇ ਇਹਨੂੰ ਵੀ ਅਸੀਂ ਟਿਕਣ ਨਹੀਂ ਦੇਵਾਂਗੇ। ਜਿੰਦੇ ਨਹੀਂ ਅਸੀਂ ਇਹਨਾਂ ਨੂੰ ਅਗਾਂਹ ਤੱਕ ਸਬਕ ਸਿਖਾਵਾਂਗੇ ਜਿਵੇਂ ਔਰੰਗਜ਼ੇਬ ਨੂੰ ਸਿਖਾਇਆ। ਅਸੀਂ ਗੁਰੂ ਸਾਹਿਬ ਦੀ ਔਲਾਦ ਹਾਂ, ਔਰ ਅਸੀਂ ਮੰਨਦੇ ਹਾਂ ਕਿ ਚਾਹੇ ਸਾਡੀ ਗਿਣਤੀ ਅੱਜ ਥੋੜੀ ਆ, ਤੇ ਇਹ ਗੱਲ ਯਾਦ ਰੱਖਿਓ, ਮੱਸੇ ਰੰਗੜ ਦੀ ਔਲਾਦ, ਔਰੰਗਜ਼ੇਬ ਦੀ ਔਲਾਦ, ਕਿ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੀ ਦੋ ਜਣੇ ਸੀ ਜਿਹੜੇ ਗਲ ਵੱਢ ਕੇ ਲੈ ਕੇ ਆਏ ਸੀ। ਅਸੀਂ ਉਸ ਤੱਕ ਜਾਣ ਲਈ ਤਿਆਰ ਆ। ਜੇ ਸਰਕਾਰ ਪਿੱਛੇ ਨਹੀਂ ਹਟੂਗੀ, ਅਸੀਂ ਵੀ ਪਿੱਛੇ ਨਹੀਂ ਹਟਾਂਗੇ ਤੇ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਮੋਗੇ ਤੋਂ ਕਸ਼ਰ ਸਿੰਘਲਾ, ਟੀਵੀ ਪੰਜਾਬ 24।